सत श्री अकाल दोस्तों। अगे पढ़ते हाँ जी। देखो अज देखांगे जी टैंपरेट डेसीडुअस फॉरेस्ट। पंजाबी में इनू कहते समशीन, पर तुसी इस शब्द नाल कन्फ्यूज नहीं होना। तुसी टैंपरेट ही लिखो, टैंपरेट डेसीडुअस फॉरेस्ट। अजिहे जंगल जिहड़े एक खास मौसम विच अपने पत्ते झाड़ दिंदे आ, उन्हां नूं कहंदे आ जी डेसीडुअस। ते जे टैंपरेट वाले खेतर विच आ, भाव जिथे मध्यम जिहा वैदर रहिंदा आ, ना बहुता ज़्यादा हाई टैंपरेचर ना घट, ठीक ठाक वैदर रहिंदा आ। आ देखो ना धरती, फिर धरती वाल आइए। आ हो गई तुहाडी भूमध रेखा, आ हो गए तुहाडे ध्रुव, ते जिहड़ा विचकारला एरिया हुंदा ना उहनूं कहंदे जी टैंपरेट। तां जिहड़ा भूमध रेखा दे कोल-कोल एरिया आ उहनूं कहंदे जी ट्रॉपीकल। हुण क्योंकि इत्थे सूरज दीयां किरणां सिੱਧੀਆਂ पैंदियां आ, ਇਹ ਗਰਮ ਹੁੰਦਾ ਜੀ। ਧਰੁਵਾਂ ਵੱਲ ਠੰਡ ਹੁੰਦੀ ਆ ਤੇ ਟੈਂਪਰੇਟ ਵਿੱਚ ਕੀ ਹੈ ਜੀ, ਦਰਮਿਆਨਾ ਮੌਸਮ ਹੁੰਦਾ। ਠੀਕ ਹੈ ਜੀ, ਟੈਂਪਰੇਟ ਦਾ ਮਤਲਬ ਮੌਸਮ ਦਰਮਿਆਨਾ, ਤੇ ਇਹ ਪੋਲ ਤੇ ਟ੍ਰੋਪਿਕ ਦੇ ਵਿਚਕਾਰ ਵਾਲਾ ਏਰੀਆ ਹੁੰਦਾ। ਠੀਕ, ਟੈਂਪਰੇਟ ਡੈਸੀਡੁਅਸ ਫੋਰੈਸਟ ਨਾਮ ਤੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਅਜਿਹੇ ਫੋਰੈਸਟ, ਅਜਿਹੇ ਜੰਗਲ ਜਿਹੜੇ ਟੈਂਪਰੇਟ ਆ, ਜਿੱਥੇ ਮੌਸਮ ਦਰਮਿਆਨਾ ਰਹਿੰਦਾ ਤੇ ਕਿਸੇ ਖਾਸ ਮੌਸਮ ਵਿੱਚ ਉਹ ਆਪਣੇ ਪੱਤੇ ਡੇਗ ਦਿੰਦੇ ਆ। ਪਤਝੜ ਵਾਲੇ ਜੰਗਲ ਡੈਸੀਡੁਅਸ। ਠੀਕ ਹੈ ਜੀ। ਇੱਥੇ ਇਸ ਏਰੀਏ ਵਿੱਚ ਕਿਹੜਾ ਏਰੀਆ, ਮਿਡਲ ਲੈਟੀਚਿਊਡ ਵਾਲਾ ਏਰੀਆ। ਆ ਦੇਖੋ ਨਾ, ਧਰਤੀ ਦੇ ਇਕੁਏਟਰ ਹੋ ਗਿਆ 0 ਲੈਟੀਚਿਊਡ, ਇਸ ਤਰ੍ਹਾਂ ਫਿਰ ਆ 30 ਡਿਗਰੀ, ਆ 60 ਡਿਗਰੀ। ਠੀਕ ਹੈ ਜੀ, ਤੇ ਪੋਲ ਤੇ ਹੁੰਦਾ 90 ਡਿਗਰੀ। ਤਾਂ ਮਿਡਲ ਲੈਟੀਚਿਊਡ ਹੋ ਗਿਆ ਜੀ ਤੁਹਾਡੇ ਆਹ ਵਾਲਾ ਏਰੀਆ। ਇੱਥੇ ਦਰਮਿਆਨੀ ਜਲਵਾਯੂ ਹੁੰਦੀ ਹੈ ਜੀ, ਵੈਦਰ ਦਰਮਿਆਨਾ ਹੁੰਦਾ, ਨਾ ਬਹੁਤਾ ਜ਼ਿਆਦਾ ਹਾਰਸ਼, ਨਾ ਬਹੁਤਾ ਜ਼ਿਆਦਾ ਠੰਡਾ, ਨਾ ਬਹੁਤਾ ਜ਼ਿਆਦਾ ਗਰਮ। ਅਤੇ ਚੌੜੇ ਪੱਤੇ ਹੁੰਦੇ ਆ ਜੀ ਦਰਖਤਾਂ ਦੇ, ਚੌੜੇ ਪੱਤਿਆਂ ਵਾਲੇ ਪਤਝੜ ਵਾਲੇ ਦਰਖਤ ਹੁੰਦੇ ਹਨ। ਦਰਖਤ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਪੱਤੇ ਚੌੜੇ ਹੁੰਦੇ ਹਨ। ਠੀਕ, ਤੇ ਉਹ ਇੱਕ ਖਾਸ ਮੌਸਮ ਵਿੱਚ ਆਪਣੇ ਪੱਤੇ ਡੇਗ ਦਿੰਦੇ ਆ, ਡੈਸੀਡੁਅਸ ਟਰੀ ਹੁੰਦੇ ਆ। ਇਹ ਰੁੱਖ ਪਤਝੜ ਵਿੱਚ ਆਪਣੇ ਪੱਤੇ ਝਾੜਦੇ ਹਨ। ਇਹ ਸਰਦੀਆਂ ਵਿੱਚ ਨੰਗੇ ਹੁੰਦੇ ਹਨ। ਸਰਦੀਆਂ ਆਉਂਦੀਆਂ ਪੱਤੇ ਝੜ ਜਾਂਦੇ ਆ ਤੇ ਨਿਊਡ ਹੋ ਜਾਂਦੇ ਜੀ ਦਰਖਤ, ਪੱਤੇ ਨਹੀਂ ਹੁੰਦੇ, ਸਿੰਪਲ ਟਾਹਣੀਆਂ ਜਿਹੀਆਂ ਦਿਖਦੀਆਂ। ਅਤੇ ਬਸੰਤ ਰੁੱਤ ਵਿੱਚ ਜਦੋਂ ਬਹਾਰ ਆਉਂਦੀ ਆ, ਉਸ ਨਾਲ ਇਹਨਾਂ ਦੇ ਨਵੇਂ ਪੱਤੇ ਉਗਦੇ ਹਨ। ਠੀਕ, ਬਾਰਿਸ਼ ਸਾਰੇ ਪਾਸੇ ਇਕਸਾਰ ਹੁੰਦੀ ਹੈ। ਅਜਿਹਾ ਨਹੀਂ ਕਿ ਇੱਕ ਪਾਸੇ ਜ਼ਿਆਦਾ ਇੱਕ ਪਾਸੇ ਘੱਟ, ਸਾਰੇ ਪਾਸੇ ਜਿਹੜੀ ਬਾਰਿਸ਼ ਆ ਉਹ ਯੂਨੀਫਾਰਮ ਜੀ ਹੁੰਦੀ ਆ। ਇਹਨਾਂ ਜੰਗਲਾਂ ਦੀ ਮਿੱਟੀ ਪੌਡਜ਼ੋਲਿਕ ਹੁੰਦੀ ਹੈ ਜੀ। ਪੌਡਜ਼ੋਲਿਕ ਯਾਦ ਕਰੋ, ਪੜ੍ਹਿਆ ਆਪਾਂ ਪਹਿਲਾਂ। ਪੌਡਜ਼ੋਲਿਕ ਸਵਾਹ ਜਿਹੇ ਰੰਗ ਦੀ, ਨਿਊਟ੍ਰੀਐਂਟ ਤੱਤ ਘੱਟ ਹੁੰਦੇ ਆ ਤੇ ਕਾਫੀ ਡੂੰਘੀ ਹੁੰਦੀ ਆ। ਠੀਕ ਹੈ ਜੀ, ਓਕੇ। ਟੈਂਪਰੇਟ ਸਦਾ ਬਹਾਰ ਜੰਗਲ ਹੈਗੇ ਟੈਂਪਰੇਟ ਹੀ ਆ, ਪਰ ਇਹ ਡੈਸੀਡੁਅਸ ਨਹੀਂ ਆ, ਇਹ ਐਵਰਗ੍ਰੀਨ ਆ। ਇਹ ਕਿਸੇ ਖਾਸ ਮੌਸਮ ਵਿੱਚ ਆਪਣੇ ਪੱਤੇ ਨਹੀਂ ਝਾੜਦੇ। ਇੱਥੇ ਮੈਡੀਟਰੇਨੀਅਨ ਕਿਸਮ ਦਾ ਜਲਵਾਯੂ ਹੁੰਦਾ ਹੈ। ਆਹ ਮੈਡੀਟਰੇਨੀਅਨ ਜਲਵਾਯੂ ਕਿਸ ਤਰ੍ਹਾਂ ਦਾ ਹੁੰਦਾ ਹੈ, ਇਹ ਬਹੁਤ ਇੰਪੋਰਟੈਂਟ ਹੈ ਜੀ। ਇਹਦੇ ਉੱਤੇ UPSC ਨੇ ਕਈ ਵਾਰ ਪ੍ਰਸ਼ਨ ਪੁੱਛਿਆ ਆ। ਮੈਡੀਟਰੇਨੀਅਨ ਕਲਾਈਮੇਟ ਦੇ ਨਾਲ ਸੰਬੰਧਿਤ ਪ੍ਰਸ਼ਨ, ਆਬਜੈਕਟਿਵ ਪ੍ਰਸ਼ਨ ਕਈ ਵਾਰ ਆਇਆ। ਇਹ ਤੁਸੀਂ ਯਾਦ ਰੱਖਣਾ ਜੀ। ਮੈਡੀਟਰੇਨੀਅਨ ਕਲਾਈਮੇਟ ਕਿਸ ਤਰ੍ਹਾਂ ਦਾ ਹੁੰਦਾ ਆ, ਜਿੱਥੇ ਗਰਮੀਆਂ ਗਰਮ ਹੁੰਦੀਆਂ ਹਨ। ਠੀਕ ਹੈ ਜੀ, ਇਹ ਤਾਂ ਗੱਲ ਠੀਕ ਹੈ, ਪਰ ਗਰਮੀਆਂ ਵਿੱਚ ਮੀਂਹ ਨਹੀਂ ਪੈਂਦਾ, ਗਰਮੀਆਂ ਖੁਸ਼ਕ ਹੁੰਦੀਆਂ ਹਨ। ਆ ਪੁਆਇੰਟ ਬਹੁਤ ਇੰਪੋਰਟੈਂਟ ਹੈ ਜੀ। ਜਿੱਦਾਂ ਹੁਣ ਸਾਡੇ ਪੰਜਾਬ ਵਿੱਚ, ਇੰਡੀਆ ਵਿੱਚ, ਸਾਡੇ ਪੰਜਾਬ ਵਿੱਚ ਖਾਸ ਤੌਰ 'ਤੇ ਆਪਾਂ ਦੇਖਾਂਗੇ ਕਿ ਗਰਮੀਆਂ ਦੇ ਵਿੱਚ, ਗਰਮੀਆਂ ਤੋਂ ਜਸਟ ਬਾਅਦ ਮੀਂਹ ਪੈਂਦਾ, ਗਰਮੀਆਂ ਵਿੱਚ ਵੀ ਮੀਂਹ ਪੈਂਦਾ। ਪਰ ਇੱਥੇ ਗਰਮੀਆਂ ਗਰਮ ਤਾਂ ਹੁੰਦੀਆਂ, ਪਰ ਨਾਲ ਨਾਲ ਖੁਸ਼ਕ ਹੁੰਦੀਆਂ। ਪਰ ਜਿਹੜੀਆਂ ਸਰਦੀਆਂ ਆ ਉਹ ਠੰਡੀਆਂ ਤਾਂ ਹੁੰਦੀਆਂ, ਪਰ ਨਮੀ ਵਾਲੀਆਂ ਹੁੰਦੀਆਂ ਹਨ। ਆਹ ਗੱਲ ਬਹੁਤ ਇੰਪੋਰਟੈਂਟ ਆ। ਮੀਂਹ ਕਦੋਂ ਪੈਂਦਾ ਜੀ, ਸਰਦੀਆਂ ਵਿੱਚ, ਤੇ ਗਰਮੀਆਂ ਖੁਸ਼ਕ ਹੁੰਦੀਆਂ ਹਨ। ਇਹ ਯਾਦ ਰੱਖਣਾ ਜੀ, ਇਹ ਲਾਈਨ ਬਹੁਤ ਇੰਪੋਰਟੈਂਟ ਹੈ। ਮੈਡੀਟਰੇਨੀਅਨ ਕਿਸਮ ਦਾ ਜਲਵਾਯੂ ਕਿਸ ਤਰ੍ਹਾਂ ਦਾ ਹੁੰਦਾ, ਇਸ ਤਰ੍ਹਾਂ ਦਾ ਹੁੰਦਾ। ਇਸ ਈਕੋਸਿਸਟਮ ਵਿੱਚ ਅੱਗ ਇੱਕ ਮਹੱਤਵਪੂਰਨ ਖਤਰਨਾਕ ਕਾਰਕ ਹੈ। ਅੱਗ, ਇੱਥੇ ਇਹਨਾਂ ਜੰਗਲਾਂ ਵਿੱਚ ਕਈ ਵਾਰੀ ਅੱਗ ਲੱਗ ਜਾਂਦੀ ਹੈ। ਤਾਂ ਇਸ ਕਰਕੇ ਕੁਦਰਤੀ ਰੂਪ ਵਿੱਚ ਇੱਥੋਂ ਦੇ ਜਿਹੜੇ ਪੇੜ ਪੌਦੇ ਆ ਉਹ ਇਸ ਤਰ੍ਹਾਂ ਅਨੁਕੂਲਿਤ ਹੋ ਗਏ ਆ, ਇਸ ਤਰ੍ਹਾਂ ਆਪਣੇ ਆਪ ਨੂੰ ਉਹਨਾਂ ਨੇ ਅਡੈਪਟ ਕਰ ਲਿਆ ਆ ਕਿ ਜਦੋਂ
ਅੱਗ ਖਤਮ ਹੋ ਜਾਂਦੀ ਆ ਤਾਂ ਸਾਨੂੰ ਲੱਗਦਾ ਪੌਦਾ ਸੜ ਗਿਆ, ਪਰ ਥੱਲਿਓਂ ਜੜ੍ਹਾਂ ਦੁਬਾਰਾ ਪੁੰਗਰਦੀਆਂ, ਉਹ ਪੌਦਾ ਦੁਬਾਰਾ ਆਪਣੇ ਆਪ ਨੂੰ ਰੀਗੇਨ ਕਰਦਾ ਜੀ। ਨਤੀਜੇ ਵਜੋਂ ਇੱਥੇ ਪੌਦੇ ਅਨੁਕੂਲ ਬਣ ਗਏ ਹਨ ਤਾਂ ਜੋ ਉਹ ਸੜ ਜਾਣ ਤੋਂ ਬਾਅਦ ਜਲਦੀ ਦੁਬਾਰਾ ਪੈਦਾ ਹੋਣ ਦੇ ਯੋਗ ਹੋ ਜਾਣ। ਇਹ ਪ੍ਰਸ਼ਨ ਆ ਸਕਦਾ ਜੀ, ਉਹ ਕਿਹੜੇ ਜੰਗਲ ਹਨ ਜਿੱਥੇ ਅੱਗ ਲੱਗਦੀ ਆ, ਅੱਗ ਜ਼ਿਆਦਾ ਲੱਗਦੀ ਆ ਤੇ ਉੱਥੋਂ ਦੇ ਪੇੜ ਪੌਦਿਆਂ ਨੇ ਵੀ ਆਪਣੇ ਆਪ ਨੂੰ ਅੱਗ ਅਨੁਸਾਰ ਢਾਲ ਲਿਆ ਆ, ਸੜ ਜਾਂਦੇ ਆ, ਪਰ ਜਦੋਂ ਅੱਗ ਹਟ ਗਈ ਉਸ ਤੋਂ ਬਾਅਦ ਉਹ ਦੁਬਾਰਾ ਪੈਦਾ ਹੋ ਜਾਂਦੇ ਆ। ਇਹ ਹੈ ਜੀ ਤੁਹਾਡਾ ਟੈਂਪਰੇਟ ਐਵਰਗ੍ਰੀਨ ਫੋਰੈਸਟ, ਟੈਂਪਰੇਟ ਦੇ ਐਵਰਗ੍ਰੀਨ ਫੋਰੈਸਟ। ਠੀਕ, ਅੱਗੇ ਹੈ ਜੀ ਟੈਂਪਰੇਟ ਦੇ ਮੀਂਹ ਵਾਲੇ ਜੰਗਲ। ਟੈਂਪਰੇਟ ਰੇਨ ਫੋਰੈਸਟ ਹੈ ਟੈਂਪਰੇਟ ਵਾਲਾ ਏਰੀਆ ਹੀ ਹੈ, ਪਰ ਇੱਥੇ ਮੀਂਹ ਪੈਂਦਾ ਆ ਜੀ, ਰੇਨ ਫੋਰੈਸਟ ਆ। ਰੇਨ ਫੋਰੈਸਟ ਹੋਊਗੇ ਤਾਂ ਇਹਦਾ ਮਤਲਬ ਉੱਥੇ ਜੀਵ ਜੰਤੂ ਕਾਫੀ ਆ, ਉੱਥੇ ਪੇੜ ਪੌਦੇ ਵੀ ਕਈ ਪ੍ਰਕਾਰ ਦੇ ਆ। ਇੱਥੇ ਤਾਪਮਾਨ ਅਤੇ ਵਰਖਾ ਦੇ ਸੰਬੰਧ ਵਿੱਚ ਇੱਕ ਚਿੰਨ੍ਹਿਤ ਮੌਸਮ ਹੁੰਦਾ ਹੈ, ਡੈਫੀਨਿਟ ਪੀਰੀਅਡ ਹੁੰਦਾ ਜੀ। ਡੈਫੀਨਿਟ ਪੀਰੀਅਡ ਹੁੰਦਾ ਵੀ ਹਾਂ ਵੀ ਆਮ ਮਹੀਨਿਆਂ ਵਿੱਚ ਤਾਪਮਾਨ ਇੰਨਾ ਰਹੇਗਾ ਤੇ ਇੰਨੀ ਵਰਖਾ ਹੋਏਗੀ, ਆਮ ਮਹੀਨਿਆਂ ਵਿੱਚ ਤਾਪਮਾਨ ਇੰਨਾ ਰਹੇਗਾ ਤੇ ਇੰਨੀ ਵਰਖਾ ਹੋਏਗੀ। ਡੈਫੀਨਿਟ ਪੀਰੀਅਡ ਆਫ ਟੈਂਪਰੇਚਰ ਐਂਡ ਰੇਨਫਾਲ। ਓਕੇ, ਬਾਰਿਸ਼ ਜ਼ਿਆਦਾ ਹੁੰਦੀ ਹੈ ਅਤੇ ਧੁੰਦ ਬਹੁਤ ਜ਼ਿਆਦਾ ਹੋ ਸਕਦੀ ਹੈ। ਆਹ ਇੰਪੋਰਟੈਂਟ ਪੁਆਇੰਟ ਹੋ ਗਿਆ ਜੀ। ਬਾਰਿਸ਼ ਤਾਂ ਜ਼ਿਆਦਾ ਹੁੰਦੀ ਆ, ਪਰ ਕਈ ਵਾਰ ਧੁੰਦ ਵੀ ਇੰਨੀ ਹੋ ਜਾਂਦੀ ਆ ਕਿ ਬਰਸਾਤ ਨਾਲੋਂ ਧੁੰਦ ਪਾਣੀ ਦਾ ਮਹੱਤਵਪੂਰਨ ਸਰੋਤ ਹੈ। ਜੇ ਆਮ ਲੋਕਾਂ ਲਈ ਪਾਣੀ ਦਾ ਸੋਰਸ ਆਫ ਵਾਟਰ ਕਿਹੜਾ ਆ, ਉਹ ਮੀਂਹ ਨਾਲੋਂ ਧੁੰਦ ਹੁੰਦਾ ਜੀ। ਧੁੰਦ ਵਿੱਚ ਇੰਨੀ ਜ਼ਿਆਦਾ ਉੱਥੇ ਧੁੰਦ ਪੈਂਦੀ ਆ ਕਿ ਧੁੰਦ ਕਿਸੇ ਨਾ ਕਿਸੇ ਸਰਫੇਸ 'ਤੇ ਟਕਰਾ ਕੇ ਪਾਣੀ ਬਣ ਜਾਂਦੀ ਹੈ, ਅਤੇ ਮੀਂਹ ਨਾਲੋਂ ਧੁੰਦ ਪਾਣੀ ਦਾ ਮਹੱਤਵਪੂਰਨ ਸਰੋਤ ਹੈ। ਕਿੱਥੇ ਜੀ? ਟੈਂਪਰੇਟ ਰੇਨ ਫੋਰੈਸਟ ਵਿੱਚ, ਟੈਂਪਰੇਟ ਰੇਨ ਫੋਰੈਸਟ ਵਿੱਚ। ਠੀਕ, ਅੱਛਾ, ਤੁਹਾਨੂੰ ਹੋ ਸਕਦਾ ਲੱਗੇ ਕਿ ਸੱਚ ਸਾਰੀਆਂ ਗੱਲਾਂ ਅਸੀਂ ਕਿਸ ਤਰ੍ਹਾਂ ਯਾਦ ਕਰੋਗੇ। ਇਹਦਾ ਇੱਕ ਦੋ ਤਰੀਕੇ ਆ ਜੀ। ਇੱਕ ਤਾਂ ਤੁਸੀਂ ਇਹਨੂੰ ਵਾਰ-ਵਾਰ ਰਿਵਾਈਜ਼ ਕਰਨਾ, ਓਕੇ, ਰਿਵਾਈਜ਼ ਕਰਨਾ, ਯਾਦ ਕਰਨਾ। ਅਤੇ ਤੀਸਰਾ, ਜਦੋਂ ਤੁਸੀਂ ਪ੍ਰਸ਼ਨ ਉੱਤਰ ਕਰੋਗੇ ਨਾ, ਉਸ ਵੇਲੇ ਜ਼ਿਆਦਾ ਤੁਹਾਡੀ ਤਿਆਰੀ ਹੋਣੀ ਆ। ਇਸ ਲਈ ਸਿੱਧੇ ਪ੍ਰਸ਼ਨ ਉੱਤਰਾਂ ਨੂੰ ਹੱਥ ਨਹੀਂ ਪਾਉਣਾ, ਪਹਿਲਾਂ ਬੇਸ ਬਣਾਉਣਾ ਪੜ੍ਹ ਕੇ, ਤਾਂ ਫਿਰ ਪ੍ਰਸ਼ਨ ਉੱਤਰ ਕਰਨੇ। ਦੂਜੇ ਟੈਂਪਰੇਟ ਜੰਗਲਾਂ ਦੇ ਮੁਕਾਬਲੇ ਇਹਨਾਂ ਜੰਗਲਾਂ ਦੀ ਜੈਵਿਕ ਵਿਭਿੰਨਤਾ, ਬਾਇਓਲੋਜੀਕਲ ਡਾਇਵਰਸਿਟੀ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਮੀਂਹ ਕਾਫੀ ਪੈਂਦਾ। ਇਸ ਕਰਕੇ ਇੱਥੇ ਜੀਵ ਜੰਤੂ ਕਾਫੀ ਹੁੰਦੇ ਆ ਬਾਕੀ ਟੈਂਪਰੇਟ ਫੋਰੈਸਟ ਦੇ ਮੁਕਾਬਲੇ। ਹਾਲਾਂਕਿ ਪੌਦਿਆਂ ਅਤੇ ਜਾਨਵਰਾਂ ਦੀਆਂ ਇਹ ਵਿਭਿੰਨਤਾਵਾਂ ਗਰਮ ਖੰਡੀ ਮੀਂਹ ਦੇ ਜੰਗਲ, ਟ੍ਰੋਪੀਕਲ ਰੇਨ ਫੋਰੈਸਟ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ, ਕਿਉਂਕਿ ਟ੍ਰੋਪੀਕਲ ਜਿਹੜਾ ਰੇਨ ਫੋਰੈਸਟ ਆ ਨਾ, ਭੂ-ਮੱਧ ਰੇਖਾ ਦੇ ਕੋਲ ਜਿਹੜਾ ਖੇਤਰ ਆ, ਉਹਨੂੰ ਕਹਿੰਦੇ ਜੀ ਪੰਜਾਬੀ ਵਿੱਚ ਗਰਮ ਖੰਡੀ ਮੀਂਹ ਦੇ ਜੰਗਲ, ਜਾਂ ਸਿੰਪਲੀ ਟ੍ਰੋਪੀਕਲ ਰੇਨ ਫੋਰੈਸਟ ਲਿਖੋ ਜੀ ਤੁਸੀਂ। ਟ੍ਰੋਪੀਕਲ ਰੇਨ ਫੋਰੈਸਟ ਵਿੱਚ ਕਾਫੀ ਮੀਂਹ ਪੈਂਦਾ, ਸੂਰਜ ਦੀਆਂ ਕਿਰਨਾਂ ਪੈਂਦੀਆਂ ਸਿੱਧੀਆਂ, ਉੱਥੇ ਕਾਫੀ ਬਾਇਓਲੋਜੀਕਲ ਡਾਇਵਰਸਿਟੀ ਹੁੰਦੀ ਹੈ। ਇਸ ਕਰਕੇ ਟੈਂਪਰੇਟ ਰੇਨ ਫੋਰੈਸਟ ਦੀ ਡਾਇਵਰਸਿਟੀ ਟ੍ਰੋਪੀਕਲ ਰੇਨ ਫੋਰੈਸਟ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ ਜੀ। ਓਕੇ, ਅੱਗੇ ਹੈ ਜੀ ਗਰਮ ਖੰਡੀ ਮੀਂਹ ਦੇ ਜੰਗਲ, ਟ੍ਰੋਪੀਕਲ ਰੇਨ ਫੋਰੈਸਟ। ਟ੍ਰੋਪੀਕਲ ਦਾ ਮਤਲਬ ਕੀ ਹੋਇਆ, ਯਾਦ ਕਰੋ। ਜੇ ਆਹ ਧਰਤੀ ਆ, ਧਰਤੀ ਦੇ ਗੱਭੇ ਭੂ-ਮੱਧ ਰੇਖਾ, ਤਾਂ ਭੂ-ਮੱਧ ਰੇਖਾ ਦੇ ਕੋਲ ਜਿਹੜਾ ਖੇਤਰ ਆ, ਉਹਨੂੰ ਕਹਿੰਦੇ ਟ੍ਰੋਪੀਕਲ ਖੇਤਰ। ਅਤੇ ਜੇ ਜਿੱਥੇ ਰੇਨ ਜ਼ਿਆਦਾ ਹੁੰਦੀ ਆ, ਉੱਥੇ ਹੈਗੇ ਜੀ ਟ੍ਰੋਪੀਕਲ ਰੇਨ ਫੋਰੈਸਟ ਬਣ ਗਏ। ਇਹ ਜੰਗਲ ਭੂ-ਮੱਧ ਰੇਖਾ ਦੇ ਨੇੜੇ ਹੁੰਦੇ ਹਨ। ਇਹ ਜੰਗਲ ਬਹੁਤ ਵਿਭਿੰਨਤਾ ਪ੍ਰਦਰਸ਼ਿਤ ਕਰਦੇ ਹਨ, ਡਾਇਵਰਸਿਟੀ ਬਹੁਤ ਜ਼ਿਆਦਾ ਆ। ਅੱਛਾ, ਤੁਸੀਂ ਇਹ ਗੱਲ ਇੱਕ ਹੋਰ ਤੁਹਾਨੂੰ ਮੈਂ ਦੱਸਦਾ। ਤੁਸੀਂ ਮੰਨ ਲਓ ਕਿ ਇਸ ਟੌਪਿਕ ਉੱਤੇ ਕੋਈ ਵੀਡੀਓ ਦੇਖ ਲਓ, ਤੁਹਾਨੂੰ ਬਹੁਤ ਚੰਗੀ ਲੱਗਣੀ, ਤੁਹਾਡੇ ਮਨ ਨੂੰ ਭਾਉਣੀ ਵੀ ਆ, ਮੇਰੇ ਲੈਕਚਰ ਵੀ ਸੁਣ ਲਓ, ਪਰ ਜੋ ਗੱਲ ਤੁਸੀਂ ਲਿਖ ਕੇ ਤਿਆਰੀ ਕਰੋਗੇ ਨਾ, ਮੰਨ ਲਓ ਕੋਈ ਆਹ ਟੌਪਿਕ ਚੱਲਦਾ ਪਿਆ ਆ, ਵੀਡੀਓ ਨੂੰ ਪੌਜ਼ ਕਰੋ ਅਤੇ ਆਪਣੀ ਕਾਪੀ 'ਤੇ ਨੋਟਬੁੱਕ 'ਤੇ ਪੁਆਇੰਟ ਲਿਖਦੇ ਜਾਓ। ਤੁਸੀਂ ਪਾਓਗੇ ਕਿ ਲਿਖਣ ਦੌਰਾਨ ਤੁਸੀਂ ਜਿਹੜਾ ਸਮਾਂ ਇੱਕ ਲਾਈਨ ਨੂੰ ਦਿੱਤਾ ਨਾ, ਤੁਹਾਡੀ ਗ੍ਰੈਸਪਿੰਗ ਬਹੁਤ ਤਕੜੀ ਹੋਣੀ ਆ, ਤੁਹਾਨੂੰ ਉਹ ਗੱਲਾਂ ਯਾਦ ਰਹਿ ਜਾਣੀਆਂ। ਤਾਂ ਇਸ ਲਈ ਹਾਂਜੀ ਮੈਂ ਆਹ ਕਿਤਾਬ ਪੜ੍ਹ ਲਈ ਆ ਜੀ, ਹਾਂਜੀ ਮੈਂ ਆਹ ਵੀਡੀਓ ਦੇਖ ਲਈ ਆ ਜੀ, ਇੱਦਾਂ ਕਹਿ ਕੇ ਆਪਣੇ ਦਿਲ ਨੂੰ ਤਸੱਲੀ ਘੱਟ ਦੇਣੀ ਆ। ਕੋਸ਼ਿਸ਼ ਕਰਿਓ ਉਹਨੂੰ ਨਾਲ ਦੀ ਨਾਲ ਲਿਖਦੇ ਰਹੋ। ਫਿਰ ਤੁਸੀਂ ਨਾ ਇੱਕ ਵਾਰੀ ਕਿਸੇ ਲੈਕਚਰ ਨੂੰ ਲਿਖ ਕੇ ਫਿਰ ਤੁਸੀਂ ਪਾਓਗੇ ਯਾਰ ਮੈਨੂੰ ਤਾਂ ਉਹ ਯਾਦ ਹੋ ਗਈ ਚੀਜ਼। ਇਸ ਕਰਕੇ ਇਹ ਟੈਸਟ ਵੱਡਾ ਹੈ ਜੀ, UPSC ਦਾ ਟੈਸਟ ਵੱਡਾ ਆ, PCS ਦਾ ਟੈਸਟ ਵੱਡੇ ਹੁੰਦੇ ਆ ਇਹ, ਅਤੇ ਤੁਸੀਂ ਲਿਖ ਕੇ ਪੜ੍ਹਨਾ ਆ, ਤੁਸੀਂ ਖੁਦ ਅੰਦਰ ਪਾਓਗੇ। ਓਕੇ ਜੀ, ਅੱਗੇ ਹੈ ਜੀ ਤਾਪਮਾਨ ਅਤੇ ਨਮੀ, ਟੈਂਪਰੇਚਰ ਐਂਡ ਹਿਊਮਿਡਿਟੀ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਉਹ ਵੀ ਯੂਨੀਫਾਰਮ ਰਹਿੰਦੇ ਆ ਜੀ, ਇਕਸਾਰ ਜਿਹੇ ਰਹਿੰਦੇ ਆ। ਇਹ ਨਹੀਂ ਕਿ ਕਿਸੇ ਮੌਸਮ ਵਿੱਚ ਜ਼ਿਆਦਾ ਮੀਂਹ ਪੈ ਗਿਆ, ਕਿਸੇ 'ਚ ਬਹੁਤ ਘੱਟ ਪੈ ਗਿਆ, ਨਹੀਂ, ਮੀਂਹ
सारा साल बराबर जिहा पैंदा, टैंपरेचर भी सारा साल बराबर जिहा रहिंदा। संघणी वनस्पति थल्लियों उपर नूं परतां दी लेयर विच हुंदी है। ये गल असीं पहले चैप्टर 'च पढ़ी। जिद्दां वनस्पति आ, लंबे लंबे ट्री हो गए, वो ट्री दे तुसीं देखोगे हिस्से हुंदे आ। इत्थे उपरला हिस्सा हो गया, इत्थे मध वाला हिस्सा हो गया, इत्थे कुछ होर छोटे ट्री हो जूगे इन्ने लैवल ते। ते जिहड़ी इत्थे वनस्पति है ना, वो प्रॉपर लेयर दे हिसाब नाल हुंदी है। हो सकदा तुहानूं आ मेरी यह गल समझ ना लगे, पहले चैप्टर 'च मैं प्रॉपर फोटो दे के ये गल समझाई हुई है। सिंपली जिहड़ी अपनी वैजीटेशन वो वर्टिकली स्ट्रैटिफाइड हुंदी है। ते टॉल ट्रीज हुंदे आ जी, जिन्हां दे उत्ते बेलां वगैरह चढ़ियां हुंदियां हन। वाइन्स, क्रीपर्स, लियानास, ये बेलां बूलां दी वैरायटियां ही सारियां। ब्रोमलियड्स ते एपीफाइटिक ऑर्किड्स। एपीफाइटिक की हुंदे जी? अजिहे प्लांट जिहड़े दूसरे प्लांट दे उत्ते पैदा हो जाते हैं। ये भी असीं पहले चैप्टर 'च पढ़िया होया जी। ओके, तो इस तरह की वैजीटेशन उत्थे हुंदी है। ये प्रश्न अक्सर आ जाते हैं भी वो किहड़े जंगल आ जिथे इस तरह की वैजीटेशन हुंदी है। किस तरह की तुहानूं इस तरह की उदाहरण जी दे देनी आ ते कहना कि उत्थे तापमान ते नमी एकसार जे रहिंदे आ, डाइवर्सिटी काफ़ी हुंदी आ, ते वो किहड़े जंगल आ? ये प्रश्न आए हुए आ जी। ओके, ज़्यादा वरखा होने कारण लीचिंग की दर ज़्यादा हुंदी है। लीचिंग की हुंदा जी? याद करो कंसैप्ट आपां पढ़िया लीचिंग। देखो आ मान लो धरती आ, मिट्टी आ, इत्थे मिट्टी दे विच न्यूट्रीएंट्स आ, पौष्टिक तत्व आ, ठीक है जी। हुण जो उत्तों मींह पिया, पानी आया, वो पानी जो धरती के अंदर गया, इत्थे सॉयल के अंदर गया, तो अपने अंदर उन्हें न्यूट्रीएंट्स घोल लए, तो वह घोल के अपने नाल बहा के लै गया पानी। इस करके की हुंदा जी, जां थल्ले नूं लै गया। इस करके की हुंदा जी, इस मिट्टी विच जिहड़े न्यूट्रीएंट्स आ घट जाते आ। तो इस कंसैप्ट नूं कहंदे आ न्यूट्रीएंट्स की लीचिंग हो गई। LEACHING, लीचिंग हो गई, भाव न्यूट्रीएंट्स पानी नाल बह गए। हुण क्योंकि इत्थे काफ़ी बारिश हुंदी आ, इस करके इत्थे न्यूट्रीएंट्स की लीचिंग हो जाती है। नतीजे वजों मिट्टी पौष्टिक तत्तां तो वांझी हो जाती है। ये इन्हां मिट्टियां नूं खेतीबाड़ी लई बेकार बना दिंदा है। खेतीबाड़ी बहुती नहीं हो पाती। पर जे असीं इस मिट्टी नूं कुछ समय लई इस तरह ही छड्ड दईए, तो हुंदा की आ कि उत्तों तुहानूं पता कि संघने जंगल आ, ते वो जंगलां दे जो पत्ते इत्थे डिगदे आ, ते वो पत्ते गलदे आ, ते पत्ते न्यूट्रीएंट्स ऐड कर दिंदे आ। पर जदों कुछ समय लई मिट्टी नूं खाली छड्डिया जांदा है, तां उपरली लिटर परत, जिहड़ी उपरली लिटर आ ना, लिटर मतलब पेड़ पौधों के पत्ते, टहनियां वगैरह, वो हो गए लिटर। पेड़ पौधों तो जो पत्ते वगैरह डिगे उन्होंने कहते लिटर, LITTE लिटर। वो लिटर मिट्टी के परत के अंदर पौष्टिक तत्व दे रूप में रल जाते हैं। ये लिटर मिट्टी के अंदर रल गए, तो इन्हां दा जदों विघटन हुंदा, तो इन्हां विचों न्यूट्रीएंट निकलदे आ, तो वो मिट्टी विच ऐड हो जाते हैं। तो उपरली लिटर परत के अंदर पौष्टिक तत्व तेजी नाल रल जाते हैं। नतीजे वजों लिटर के सड़न कारण कुछ पौष्टिक तत्व मुड़ बहाल हो जाते हैं। आपां गल पढ़ी कि लीचिंग कारण पौष्टिक तत्व इत्थों निकल गए, पर जे असीं कहंदे मिट्टी नूं छेड़ीए ना, इदां ही पई रहण दईए, तो उत्तों दरख्त के पत्ते वगैरह इत्थे डिगणगे, तो वो पत्ते जदों सड़नगे तो उन्हां विचों पौष्टिक तत्व निकलूगा, तो मिट्टी विच पौष्टिक तत्व आ जाते हैं। ठीक है जी। क्योंकि जमीनी पद्धर ते सूरज की रोशनी की घाट हुंदी है, इसलिए इत्थे वनस्पति घट हुंदी है। कित्थे? जमीनी पद्धर ते। आ गल नूं समझिए। फिर आ हैगा जी तुहाडा जमीन, इत्थे की आ? दरख्त आ जी। हुण दरख्त इन्ने ज़्यादा आ, उच्चे उच्चे वड्डे वड्डे, कि थल्ले इत्थे ग्राउंड लैवल तक सूरज की रोशनी पहुँच ही नहीं पाउंदी, क्योंकि संघने जंगल आ। ते ग्राउंड लैवल तक जिहड़े छोटी छोटी घाह वगैरह आ, वनस्पति आ, वो बहुत घट हुंदी आ, क्योंकि वनस्पति नूं सूरज की रोशनी चाहिदी आ। पर उपर इन्ना संघना जंगल आ कि वो सूरज की रोशनी नूं थल्ले आउण ही नहीं दिंदा। इस करके सरफेस ते की आ? सरफेस ते वनस्पति घाह वगैरह घट हुंदी है जी। ओके, अगे है जी खंडी मौसमी जंगल। ये है जी तुहाडे सीजनल फॉरेस्ट, ट्रॉपिकल सीजनल फॉरेस्ट। सीजन के हिसाब नाल इत्थे प्रॉपर सीजन हुंदा जी, सर्दी का, गर्मी का। ठीक है, थोड़ा देख लैन दो मैनूं अंग्रेजी च की कहंदे इहनूं। यस, ट्रॉपिकल सीजनल फॉरेस्ट ही कहंदे आ जी।
ट्रॉपिकल सीजनल फॉरेस्ट, ठीक है। खंडी मौसमी जंगल, इन्हां जंगलों नूं मॉनसून जंगल वजों भी जाणिया जाता है। किहड़े? मॉनसून जंगल वजों भी इन्हां नूं जाणिया जाता है, क्योंकि ये उन्हां खेतरां विच हुंदे हन जिथे कुल सालाना वर्खा बहुत ज़्यादा हुंदी है। एनुअल रेनफॉल काफ़ी हुंदी है, पर ये गिले अते सुक्के समय विच वंडी हुंदी है। किसी समय विच रेनफॉल ज़्यादा हुंदी है, आपां उहनूं कहांगे जी गिला समा, गिले वाला वैट पीरीयड, ते किसी समय विच घट हुंदी है, असीं उहनूं कहंदे ड्राई पीरीयड, सुक्का वाला समा। एनुअल रेनफॉल फॉरेस्ट एनुअल रेन काफ़ी हुंदी है, पर वो डिवाइडेड हुंदी है वैट एंड ड्राई पीरीयड विच, गिले अते सुक्के समय विच वंडी हुंदी है। ये प्रश्न आ जाना, वो किहड़े जंगल आ जिथे एनुअल रेनफॉल बहुत ज़्यादा हुंदी है, पर वो डेफिनेट पीरीयड ऑफ वैट एंड ड्राई विच, गिले अते सुक्के विच वंडी हुंदी है। वो है जी ट्रॉपिकल सीजनल फॉरेस्ट, मानसून वाले। ठीक, पेन सिलेक्ट कर लिया आ जाओ। हाँ, इस किस्म के जंगल कित्थे कित्थे पाए जाते हैं जी? सेंट्रल एंड साउदर्न अमरीका, मध्य अते दक्षिणी अमरीका विच, दक्षिण पूर्व एशिया, साउथ ईस्ट एशिया विच, आ तुहाडे साउथ ईस्ट एशिया, दक्षिण ते पूर्व, ये तुहाडे इंडोनेशिया साइड, इधर सारे आ गया जी। ये एशिया दे इंडोनेशिया फिलीपाइन साइड, उत्तरी आस्ट्रेलिया विच, पश्चिमी अफ्रीका विच, अफ्रीका के पश्चिम वाले खेतर विच, अते प्रशांत महासागर के गर्म देशों के, ਜਾਂ ਸਿੰਪਲੀ प्रशांत महासागर के गर्म देशों के टापूआं के नाल-नाल भारत विच भी पाए जाते हैं। ਸਿੰਪਲੀ कह दो कि हाँ भी भारत विच भी हैगे जी, भारत विच भी इस तरह के फॉरेस्ट पाए जाते हैं। हाँ मेन तुसीं पढ़ लिओ जी, अमरीका का किहड़ा पार्ट आ, एशिया का किहड़ा पार्ट आ, आस्ट्रेलिया का किहड़ा पार्ट आ ते अफ्रीका का किहड़ा पार्ट आ, इत्थे ये जंगल पाए जाते हैं। इंडिया विच भी तो मानसून टाइप अपने है ना जंगल, क्योंकि इंडिया में जो सीजन है मानसून टाइप आ, साडे प्रॉपर वैल डिफाइंड पीरीयड हुंदा जी। आ की है जी मानसून वाला पीरीयड आ ड्राई पीरीयड आ सर्दियों का पीरीयड आ टाइम पीरीयड, आ गर्मियों का टाइम पीरीयड आ। ओके जी, अगे है जी भारतीय जंगलों दी किस्मां। भारत में कई प्रकार के जंगल पाए जाते हैं। आ देखो, वैसटर्न घाट विच रेन फॉरेस्ट आ, नॉर्दर्न एरिया उत्तर विच लद्दाख के कोल की है जी अल्पाइन पहाड़ियां दी चराहगाह आ। अल्पाइन मतलब पहाड़ी खेतर, इत्थे की है जी ग्रासलैंड आ। वैसटर्न एरिया विच पश्चिम विच राजस्थान के कोल की है जी रेगिस्तान आ, ते उत्तर पूर्व नॉर्थ ईस्ट विच एवरग्रीन फॉरेस्ट है जी, सदाबहार जंगल आ। कई प्रकार के जंगल भारत विच पाए जाते हैं। जंगल की किस्म नूं निर्धारित करने वाले मुख्य कारक किहड़े-किहड़े हुंदे जी? भी कित्थे किसी जगह विच किस प्रकार का जंगल आ, तां किहड़े-किहड़े फैक्टर इस गल नूं डिफाइन करते हैं, निर्धारित करते हैं। उन्हां विच इंपॉर्टेंट है जी उत्थों की जलवायु किस तरह का हुंदी है, क्लाइमेट वैदर किस तरह का, उत्थों की मिट्टी की किस्म किस तरह की है, उत्थों की भूगोलिकता या टॉपोग्राफी किस तरह की आ, भाव उत्थे पहाड़ आ, उत्थे समतल मैदान आ, उत्थे पठार आ, किस तरह की उत्थे टॉपोग्राफी आ, ते वो समुंदर तो कितना उच्चा है जी, कितना उच्चा समुंदर तो। टॉपोग्राफी का मतलब हुंदा किसी खेतर दीयां कुदरती जहाँ इंसान द्वारा भाव आर्टिफिशियल बनाई भौतिक विशेषतावां का प्रबंध। भौतिक विशेषतावां किहड़ियां? उत्थे पहाड़ आ जां प्लेन मैदान आ जां पठार आ, इस तरह उन्होंने कहते जी टॉपोग्राफी। उत्थों की टॉपोग्राफी किस तरह की आ, भाव उत्थों की भूगोलिकता किस तरह की आ, ये सब गल्लां डिसाइड करदियां जी कि भी जंगल की किहड़ी किस्म आ। ओके, तो आ तुसीं एक फोटो जी ना देख लैनी आ, इन्हूं चंगी तरह थोड़ा समझ लेना, पूरा भावें ना याद करो। आ देख लो जी थार अपना, आ हो गया जी थार डेजर्ट गर्म रेगिस्तान, आ लेह लद्दाख साइड हो गया कोल्ड डेजर्ट। ये भी गल याद रखनी है, जिहड़ा रेगिस्तान हुंदा ना डेजर्ट हुंदा जिहड़ा, वो जरूरी नहीं कि गर्म खेतर विच होवे, वो ठंडे खेतर विच भी हुंदा जी। इन्ना ठंडा खेतर जिथे कोई वनस्पति पैदा ही नहीं हुंदी, वो हो गया कोल्ड डेजर्ट। इत्थे हो गया हॉट डेजर्ट। आ तुहाडे नीले जे स्काई ब्लू कलर दे हो गए पहाड़ी वाले अल्पाइन, सब अल्पाइन ते हिमालयन टाइप वैजीटेशन होगी ना ये। ते आ तुहाडे ग्रीन हो गए जी ट्रॉपिकल मॉइस्ट डेसिडुअस, ठीक है जी, ट्रॉपिकल मॉइस्ट डेसिडुअस। गूढ़े ग्रीन हो गए ट्रॉपिकल वैट एवरग्रीन, आ इत्थे होना जी ट्रॉपिकल वैट एवरग्रीन। ओके, ये तुसीं थोड़ा थोड़ा देख लेना जी इनू।
इस मैप ਨੂੰ। बाकी ਆਪਾਂ ਅੱਗੇ ਪੜਾਂਗੇ जी। ठीक है जी। ਅੱਜ ਲਈ ਇੰਨਾ ਹੀ ਰੱਖਦੇ ਹਾਂ। शुक्रिया जी। सत श्री अकाल।